ਪਿਆਰੇ ਵਿਦਿਆਰਥੀਓ, ਆਪਾਂ ਲਗਾਤਾਰ ਵੀਡੀਓ ਦੇ ਰਾਹੀਂ ਤੁਹਾਨੂੰ ਪੰਜਾਬੀ ਵਾਰਤਕ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਜਿਹੜੀ ਵੀਡੀਓ ਆ ਇਹ ਆਧਾਰਿਤ ਆ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਕਿਤਾਬ ਲੱਗੀ ਆ ਵਾਰਤਕ ਵਿਰਸਾ। ਅਤੇ ਵਾਰਤਕ ਵਿਰਸਾ ਜਿਹੜਾ ਉਸ ਦੇ ਸੰਪਾਦਕਾਂ ਨੇ ਉਸ ਪੁਸਤਕ ਨੂੰ 4 ਭਾਗਾਂ 'ਚ ਵੰਡਿਆ ਹੈ ਕਿ ਇੱਕ ਪੂਰਵ ਮੱਧਕਾਲ ਦੀ ਵਾਰਤਕ, ਇੱਕ ਮੱਧਕਾਲ ਦੀ ਵਾਰਤਕ, ਇੱਕ ਪਛਲੇਰੇ ਦੌਰ ਦੇ ਮੱਧਕਾਲ ਦੀ ਵਾਰਤਕ, ਇੱਕ ਪਰਿਵਰਤਨ ਜਾਂ ਸਕ੍ਰਾਂਤੀ ਕਾਲ ਦੀ ਵਾਰਤਕ। ਆਪਾਂ ਜਿਹੜੀ ਮੁੱਢਲੀ ਵਾਰਤਕ ਆ ਉਹਦੇ ਬਾਰੇ ਗੱਲ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਗੋਰਖ ਉਪਨਿਸ਼ਦ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਫਰੀਦ ਜੀ ਕੇ ਪੱਤੀਨਾਮੇ ਦੀ ਗੱਲ ਕੀਤੀ ਸੀ, ਅਤੇ ਜਿਹਦੇ ਵਿੱਚ ਆਪਾਂ ਅਕਾਦਸ਼ੀ ਮਹਾਤਮ ਦੀ ਗੱਲ ਕੀਤੀ ਸੀ। ਅੱਜ ਅਸੀਂ ਉਸ ਵਾਰਤਕ ਦੀ ਗੱਲ ਕਰਨੀ ਹੈ ਜਿਹੜੀ ਵਾਰਤਕ 1500 ਤੋਂ ਲੈ ਕੇ ਲਗਭਗ 1700 ਤੱਕ ਦੇ ਦਰਮਿਆਨ ਦੇ ਸਮੇਂ ਵਿੱਚ ਲਿਖੀ ਗਈ। ਤਾਂ 2 ਗੱਲਾਂ ਮੈਂ ਸਪਸ਼ਟ ਕਰ ਦੇਣੀਆਂ ਚਾਹੁੰਦਾ। ਪਹਿਲੀ ਗੱਲ ਇਹ ਕਿ ਜਦੋਂ ਵੀ ਅਸੀਂ ਵਾਰਤਕ ਬਾਰੇ ਗੱਲ ਕਰਦੇ ਹਾਂ ਤਾਂ ਬਹੁਤ ਵਾਰ ਕੀ ਹੁੰਦਾ ਹੈ ਕਿ ਸਾਨੂੰ ਇੱਕ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਉਸ ਸਮੇਂ ਦੀ ਜਿਹੜੀ ਵਾਰਤਕ ਆ ਉਹਦਾ ਰਚਨਾਕਾਰ ਨਿਰਧਾਰਿਤ ਕਰਨਾ ਅਤੇ ਉਸ ਦੀ ਰਚਨਾ ਕਾਲ ਨਿਰਧਾਰਿਤ ਕਰਨਾ ਕੋਈ ਬਹੁਤਾ ਸੌਖਾ ਨਹੀਂ ਆ, ਕਿਉਂਕਿ ਉਹ ਨਕਲ ਦਰ ਨਕਲ ਉਹ ਪਰਤੀਆਂ ਹੋਈਆਂ। ਇਸ ਕਰਕੇ ਸਾਨੂੰ ਬਹੁਤਾ ਪਤਾ ਨਹੀਂ ਲੱਗਦਾ ਕਿ ਇਹ ਕਿਸ ਸਮੇਂ ਦੀ ਰਚਨਾ ਹੈਗੀ ਆ। ਰਚਨਾ ਅਤੇ ਦੂਸਰੀ ਜਿਹੜੀ ਸਮੱਸਿਆ ਆਉਂਦੀ ਆ ਕਿ ਉਸ ਸਮੇਂ ਲਿਖਾਰੀ ਆਮ ਕਰਕੇ ਆਪਣਾ ਨਾਮ ਨਹੀਂ ਦਿੰਦੇ ਸੀ, ਸਗੋਂ ਕਿਸੇ ਹੋਰ ਮਹਾਂਪੁਰਸ਼ ਦਾ ਨਾਂ ਦੇ ਦਿੰਦੇ ਸੀ ਕਿ ਉਹਨਾਂ ਨੇ ਲਿਖਾਈ ਆ ਜਾਂ ਉਹਨਾਂ ਦੀ ਲਿਖੀ ਆ ਜਾਂ ਉਹਨਾਂ ਦੇ ਮੂੰਹ ਦੇ ਇਹ ਸ਼ਬਦ ਨੇ। ਇਸ ਦੇ ਬਾਵਜੂਦ ਵੀ ਇਸ ਸਮੇਂ ਦੀ ਜਿਹੜੀ ਰਚਨਾ ਹੈ ਉਹ ਬੜੀ ਮਹੱਤਵਪੂਰਨ ਆ। ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀ ਰਚਨਾ ਇਸ ਕਾਲ ਦੀਆਂ ਰਚਨਾਵਾਂ ਦੀ ਵੰਨਗੀ ਦਰਸਾਉਣ ਲਈ ਲਾਈ ਗਈ ਆ। ਇੱਕ ਪਿਛਲੇ ਲੈਕਚਰ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਸਾਡੇ ਕੋਲ ਜਨਮ ਸਾਖੀਆਂ, ਸਾਖੀਆਂ, ਉਸ ਤੋਂ ਇਲਾਵਾ ਟੀਕੇ ਨੇ, ਰਹਿਤਨਾਮੇ ਨੇ, ਅਥਾਨਕਾਵਾਂ ਨੇ, ਬਹੁਤ ਸਾਰੇ ਹੋਰ ਰੂਪ ਨੇ, ਗੋਸ਼ਟਾਂ ਨੇ, ਪਰਚੀਆਂ ਨੇ। ਤਾਂ ਉਹਨਾਂ ਦੀ ਤੁਹਾਨੂੰ ਪਛਾਣ ਕਰਾਈ ਸੀ। ਤਾਂ ਅੱਜ ਅਸੀਂ ਹੁਣ ਉਹਨਾਂ ਵੰਨਗੀਆਂ ਨੂੰ ਥੋੜ੍ਹਾ ਜਿਹਾ ਵੇਖਾਂਗੇ। ਜਿਹੜੀ ਪਹਿਲੀ ਵੰਨਗੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ, ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਲੱਗੀ ਹੋਈ ਆ, ਉਹ ਹੈਗੀ ਆ ਕਿ ਗੋਸ਼ਟ ਆ। ਕਿਹੜੀ ਗੋਸ਼ਟ ਆ? ਇਹ ਜਿਹੜੀ ਗੋਸ਼ਟ ਹੈਗੀ ਆ, ਗੋਸ਼ਟ ਆਤਮੇ ਪਰਮਾਤਮੇ ਕੀ ਅਤੇ ਦੇਹੀ ਕਾ ਵਿਚਾਰ। ਇਹ ਜਿਹੜੀ ਗੋਸ਼ਟ ਹੈਗੀ ਆ ਇਹ ਜਗਜੀਤ ਸਿੰਘ ਖਾਨਪੁਰੀ ਨੇ ਇੱਕ ਸੰਪਾਦਿਤ ਕੀਤੀ ਆ ਕਿਤਾਬ। ਉਹਦਾ ਨਾਂ ਹੈ ਪ੍ਰਾਣ ਸੰਗਲੀ। ਇਹ ਪ੍ਰਾਣ ਸੰਗਲੀ ਦੀ ਇੱਕ ਗੋਸ਼ਟ ਹੈਗੀ ਆ। ਹੁਣ 2-3 ਗੱਲਾਂ ਬੜੀਆਂ ਸਪਸ਼ਟ ਕਰਨ ਦੀ ਜ਼ਰੂਰਤ ਆ। ਪਹਿਲੀ ਗੱਲ ਕਿ ਜਿਹੜੀ ਪ੍ਰਾਣ ਸੰਗਲੀ ਪੁਸਤਕ ਹੈਗੀ ਹੈ, ਜੇ ਅਸੀਂ ਉਹਦੇ ਨਾਂ 'ਤੇ ਵਿਚਾਰ ਕਰੀਏ ਤਾਂ ਪ੍ਰਾਣ ਦਾ ਮਤਲਬ ਸਾਹ, ਪ੍ਰਾਣ ਦਾ ਮਤਲਬ ਵਾਯੂ, ਪ੍ਰਾਣ ਦਾ ਮਤਲਬ ਜਾਨ, ਸੰਗਲੀ ਲੜੀ ਅਤੇ ਸਾਹਾਂ ਦੀ ਲੜੀ। ਤਾਂ ਇੱਥੋਂ ਸਾਨੂੰ ਸੁੱਝਦਾ ਹੈ ਕਿ ਇਹ ਅਕਸਰ ਮਨੁੱਖੀ ਜੀਵਨ, ਮਨੁੱਖੀ ਜ਼ਿੰਦਗੀ ਜਾਂ ਮਨੁੱਖ ਦੇ ਸਾਹ ਲੈਣ ਦੇ, ਜੀਵਤ ਰਹਿਣ ਦੀ ਚੀਜ਼ ਨਾਲ ਜੁੜੀ ਹੋਈ ਰਚਨਾ ਹੈਗੀ। ਇਹ ਰਚਨਾ ਜੋੜੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਨਾਲ। ਤਾਂ ਭਾਵਾਂ ਇਹ ਸ਼ਰਧਾ ਬਸ ਕਿਸੇ ਵਿਅਕਤੀ ਨੇ ਜੋੜਤੀ, ਪਰ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਬਾਣੀ ਰਚੀ ਹੋਈ ਆ ਉਹ ਕਾਵਿ ਬਾਣੀ, ਕਵਿਤਾ ਦੇ ਰੂਪ ਵਿੱਚ, ਉਹ ਸਾਰੀ ਦੀ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 5ਵੇਂ ਪਾਤਸ਼ਾਹ ਨੇ ਦਰਜ ਕਰ ਦਿੱਤੀ ਸੀ। ਇਹ ਜੋੜੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ, ਪਰ ਇਹ ਉਹਨਾਂ ਦੀ ਰਚਨਾ ਨਹੀਂ ਆ। ਬਹੁਤੇ ਜਿਹੜੇ ਆਲੋਚਕ ਇਹ ਮੰਨਦੇ ਕਿ ਉਹਨਾਂ ਦੀ ਰਚਨਾ ਨਹੀਂ ਆ। ਹਾਂ, ਇਹ ਜਿਹੜੀ ਰਚਨਾ ਹੈਗੀ ਆ ਇਹਦੇ ਵਿੱਚ ਜਿਹੜੀ ਪ੍ਰਾਣ ਸੰਗਲੀ ਦੇ ਵਿੱਚ ਜਿਹੜੀ ਗੋਸ਼ਟ ਆ, ਗੋਸ਼ਟ ਦੇ ਬਾਰੇ ਪਹਿਲਾਂ ਵੀ ਤੁਹਾਡੇ ਨਾਲ ਵਿਚਾਰ ਕੀਤਾ ਹੈ ਕਿ ਜਦੋਂ 2 ਜਾਂ 2 ਤੋਂ ਵਧੇਰੇ ਵਿਅਕਤੀ ਕਿਸੇ ਮਹੱਤਵਪੂਰਨ ਮਸਲੇ 'ਤੇ ਵਿਚਾਰ ਵਟਾਂਦਰਾ ਕਰਨ ਤਾਂ ਗੋਸ਼ਟ ਬਣ ਜਾਂਦੀ ਹੈ। ਗੋਸ਼ਟ ਆ ਜਿਹੜੀ, ਇਹ ਗੋਸ਼ਟ ਦੇ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਕਿ ਪ੍ਰਸ਼ਨੋਤਰੀ ਸ਼ੈਲੀ 'ਚ ਆ। ਅਤੇ ਇਹ ਪ੍ਰਸ਼ਨ ਕਾਹਦੇ ਬਾਰੇ ਆ ਅਤੇ ਉੱਤਰ ਕਾਹਦੇ ਬਾਰੇ ਆ? ਤਾਂ ਮੋਟੇ ਤੌਰ 'ਤੇ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਸ ਖਿੱਤੇ ਦੇ ਵਿੱਚ ਯੋਗ ਮੱਤ ਦਾ ਅਸਰ ਸੀ। ਯੋਗ ਮੱਤ ਆ ਜਿਹੜਾ ਇਹ ਬੁੱਧ ਮੱਤ ਦੇ ਵਿੱਚੋਂ ਸਿੱਧ ਮੱਤ ਪੈਦਾ ਹੋਇਆ, ਸਿੱਧ ਮੱਤ ਦੇ ਵਿੱਚੋਂ ਯੋਗ ਮੱਤ ਪੈਦਾ ਹੋਇਆ। ਇਸ ਯੋਗ ਦਾ ਸੰਬੰਧ ਪਤੰਜਲੀ ਦੇ ਯੋਗ ਨਾਲ ਵੀ ਜੁੜਦਾ ਹੈ। ਤਾਂ ਉਹਦੇ ਵਿੱਚ ਨਾ ਕੇਵਲ ਸਰੀਰ ਨੂੰ ਸਾਧਣ ਦੀ ਗੱਲ ਆ, ਸਗੋਂ ਮਨ ਨੂੰ ਸਾਧਣ ਦੀ ਵੀ ਗੱਲ ਆ।
ਉਹ ਜਿਹੜੇ ਜੋਗੀ ਕਿਰਿਆਵਾਂ ਕਰਦੇ ਸੀ, ਜਿਹੜੇ ਜੋਗੀਆਂ ਦੀ ਸ਼ਬਦਾਵਲੀ ਆ। ਹੁਣ ਸ਼ਬਦਾਵਲੀ ਜੋਗੀਆਂ ਦੀ ਕੀ ਆ ਕਿ ਇੜੈ, ਪਿੰਗਲੈ, ਸੁਖਮਣੈ, ਪ੍ਰਾਣਾਯਾਮ ਆ, ਇਹਨਾਂ ਨੂੰ ਵਿਆਖਿਆ ਦਿੱਤੀ ਗਈ ਆ ਇਸ ਗੋਸ਼ਟ ਦੇ ਵਿੱਚ। ਤੁਸੀਂ ਜਦੋਂ ਇਹ ਗੋਸ਼ਟ ਪੜ੍ਹੋਗੇ ਤਾਂ ਤੁਸੀਂ ਜਾਣੋਗੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਵਿਆਖਿਆ ਦਿੱਤੀ ਗਈ ਆ। ਆਮ ਕਰਕੇ ਆਰੰਭ ਦੇ ਵਿੱਚ ਹੀ ਇਹ ਆ ਕਿ ਇੜਾ ਕੀ ਆ, ਪਿੰਗਲਾ ਕੀ ਆ ਅਤੇ ਸੁਖਮਣਾ ਕੀ ਆ, ਇਹਦਾ ਹੀ ਵਿਆਖਿਆ ਦਿੱਤੀ ਗਈ ਹੈ ਕਿ ਇਹਨਾਂ ਨਾੜੀਆਂ ਦੇ ਅਰਥ ਕੀ ਆ। ਇਵੇਂ ਮੈਂ ਸਿਰਫ ਕੁਝ ਇਹਦੇ ਵਿੱਚੋਂ ਇੱਕ ਪੈਰਾ ਜਿਹੜਾ ਤੁਹਾਡੇ ਨਾਲ ਪਹਿਲਾਂ ਸਾਂਝਾ ਕਰਦਾ ਤਾਂ ਕਿ ਤੁਸੀਂ ਇਹਦੀ ਭਾਸ਼ਾ ਨੂੰ ਜਾਣ ਸਕੋ, ਤੁਸੀਂ ਇਹਦੀ ਸ਼ੈਲੀ ਨੂੰ ਜਾਣ ਸਕੋ, ਫਿਰ ਆਪਾਂ ਉਹਦੀ ਥੋੜ੍ਹੀ ਜਿਹੀ ਵਿਆਖਿਆ ਕਰਾਂਗੇ। ਮੈਂ ਪਹਿਲਾਂ ਪੈਰਾ ਪੜ੍ਹਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਭੂਖ, ਪਿਆਸ, नींद, यह आठों रोग हैं। नित्ता परत देही को लागते हैं, और जो संसार बीच किए हैं सो भूल के किए नाही, पर संसार में वस्त भली कीती। जो इन्ना बिना संसार होता नहीं, कुछ भली करी है जो जियो संसार प्रकृति का लुब्बत है। संसार साथ तो आवे जब आवे, पर मुक्ति के सहाई नहीं। मुक्ति के सहाई कौन है? नाम, दान, स्नान, दया, धर्म, संतोख, संयम, प्रेम, ये आठों मुक्त के सहाई हैं। हुण इहदे विच तुसीं देखो कि गुरबाणी भी आखदी आ, होर धर्मां दे विच भी ये गल हैगी आ कि जिहड़े पंज साडे विकार ने, जिन्हां नूं विशा विकार भी कह दिंदे आ, काम, क्रोध, लोभ, मोह, हंकार, पर ਜਿਹੜਾ ਸਾਡਾ ਵਿਆਖਿਆਕਾਰ ਆ ਉਹ ਇਹਨਾਂ ਨੂੰ 8 ਮੰਨਦਾ ਅਤੇ 8 ਮੰਨਦਿਆਂ ਵਿੱਚ ਕੀ ਲਿਖਦਾ ਕਿ ਭੂਖ, ਪਿਆਸ ਅਤੇ ਨੀਂਦ ਵੀ ਇਹਦੇ ਵਿੱਚ ਸ਼ਾਮਲ ਕਰ ਦਿੰਦਾ। ਹੁਣ ਇਹ ਇੱਕ ਤਾਂ ਇਹ ਕਿ ਇਹ ਤਿੰਨਾਂ ਨੂੰ ਜੋੜ ਦਿੰਦਾ। ਇਹਨਾਂ ਤਿੰਨਾਂ ਨੂੰ ਜੋੜਨ ਨਾਲ ਫਿਰ ਉਹ ਦੁਨਿਆਵੀ ਗੱਲ ਵੀ ਕਰਦਾ ਕਿ ਇਹਨਾਂ ਬਗੈਰ ਸੰਸਾਰ ਚੱਲਣਾ ਨਹੀਂ ਸੀ। ਸੰਸਾਰ ਦੇ ਚੱਲਣ ਲਈ ਇਹ ਜ਼ਰੂਰੀ ਆ, ਭੁੱਖ ਵੀ, ਪਿਆਸ ਵੀ, ਨੀਂਦ ਵੀ, ਕਾਮ ਵੀ, ਕ੍ਰੋਧ ਵੀ, ਲੋਭ ਵੀ, ਹੰਕਾਰ ਵੀ। ਅਤੇ ਬਾਅਦ ਦੇ ਵਿੱਚ ਉਹ ਕਹਿੰਦਾ ਹੈ ਕਿ ਪਰ ਇਹ ਮੁਕਤੀ ਦੇ ਸਾਧਨ ਨਹੀਂ ਹੈ। ਅਤੇ ਫਿਰ ਮੁਕਤੀ ਪ੍ਰਾਪਤ ਕਰਨ ਲਈ ਕੀ ਕਰਨਾ ਬਣਦਾ? ਜੇ ਮੁਕਤੀ ਪ੍ਰਾਪਤ ਕਰਨੀ ਆ ਤਾਂ ਉਸ ਮੁਕਤੀ ਦੇ ਲਈ ਕੀ ਬਣਦਾ? ਮੁਕਤੀ ਮਹੱਤਵਪੂਰਨ ਹੈ। ਅਤੇ ਮੁਕਤੀ ਦੇ ਲਈ ਉਹ ਫਿਰ ਕਹਿੰਦਾ, ਮੁਕਤੀ ਦੇ ਲਈ ਵੀ ਉਹ 8 ਹੀ ਚੀਜ਼ਾਂ ਦੱਸਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਉਹ ਦੱਸਦਾ, ਗੱਲ ਕਰਦਾ। ਮੁਕਤੀ ਕੇ ਸਹਾਈ ਕਵਨ ਹੈ? ਇਹ ਪ੍ਰਸ਼ਨ ਆ, ਇਹ ਗੋਸ਼ਟ ਸ਼ੈਲੀ ਦਾ एक तरीका है कि मुक्ति के सहाई कवन है? नाम, दान, स्नान, दया, धर्म, संतोख, संयम, प्रेम, ये मुक्ति के 8 सहाई हैं। हुण तुसीं जे शैली वेखो तो 8 नहीं लिखिया, 8 लिखिया। भुख नहीं लिखिया, भूख लिखिया, भूख लिखिया। तो ये उस समय की भाषा है जिहदे बारे एक दिन आपां पहलां भी गल कीती सी। ये साध भाषा है जिहदे विच ब्रजी हिंदी भी शामिल आ, जिहदे विच उत्तरी भारत विच ये उस समय की प्रचलित भाषा है। तां जिहड़ी प्राण संगली आ ये गोश्ट है गुरु नानक देव जी दे समय तो बाद की रचना, पर ਇਹਦੇ ਵਿੱਚ ਵਿਆਖਿਆ ਜਿਹੜੀ ਉਹ ਬੁਨਿਆਦੀ ਤੌਰ 'ਤੇ ਪੁਰਾਣੇ ਯੋਗ ਮਤ ਨੂੰ ਗੁਰਮਤ ਨਾਲ ਮਿਲਾ ਕੇ ਉਹਦੇ ਨਵੇਂ ਅਰਥ ਕਰਨ ਦੀ ਕੋਸ਼ਿਸ਼ ਵਿੱਚੋਂ ਇਹ ਪੈਦਾ ਹੋਈ ਆ। ਆਪਣੇ ਆਪ ਵਿੱਚ ਇਹ ਰਚਨਾ ਮਹੱਤਵਪੂਰਨ ਆ, ਇਹਦੀ ਸ਼ੈਲੀ ਬੜੀ ਮਹੱਤਵਪੂਰਨ ਆ ਅਤੇ ਇਸ ਰਚਨਾ ਨੂੰ ਅਸੀਂ ਗੋਸ਼ਟ ਦੀ ਇੱਕ ਪ੍ਰਤੀਨਿਧ ਨਮੂਨਾ ਰੱਖ ਸਕਦੇ ਹਾਂ। ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਇਸ ਪੁਸਤਕ ਦੇ ਵਿੱਚ ਜਿਹੜਾ ਤੁਹਾਡੇ ਦੂਜਾ ਵੰਨਗੀ ਦਰਜ ਕੀਤੀ ਉਹ ਜਨਮ ਸਾਖੀਆਂ ਦੀ ਦਰਜ ਕੀਤੀ ਹੈ। ਅਤੇ ਜਨਮ ਸਾਖੀਆਂ ਦੇ ਵਿੱਚੋਂ ਕਿਹੜੀ ਵੰਨਗੀ ਦਰਜ ਕੀਤੀ ਹੈ? ਜਨਮ ਸਾਖੀਆਂ ਦੇ ਵਿੱਚੋਂ ਭਾਈ ਬਾਲੇ ਵਾਲੀ ਜਨਮ ਸਾਖੀ। ਤੁਸੀਂ ਜਾਣਦੇ ਆ ਕਿ ਸਾਡੇ ਕੋਲ 4 ਪਰੰਪਰਾਵਾਂ ਨੇ ਜਨਮ ਸਾਖੀਆਂ ਦੀਆਂ, ਵੱਡੀਆਂ ਪਰੰਪਰਾਵਾਂ। ਇੱਕ
ਪੁਰਾਤਨ ਜਨਮ ਸਾਖੀ ਵਾਲੀ ਪਰੰਪਰਾ, ਇੱਕ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਇੱਕ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆ, ਇੱਕ ਆਦਿ ਸਾਖੀਆਂ ਦੀ ਪਰੰਪਰਾ ਹੈਗੀ ਆ। ਇਹ ਪਰੰਪਰਾ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਭਾਈ ਬਾਲੇ ਵਾਲੀਆਂ ਜਨਮ ਸਾਖੀਆਂ ਵੀ ਬਹੁਤ ਮਿਲਦੀਆਂ ਅਤੇ ਪੁਰਾਤਨ ਜਨਮ ਸਾਖੀ ਦੇ ਵੀ ਖਰੜੇ ਰੂਪ ਬਹੁਤ ਮਿਲਦੇ ਆ। ਉਹਨਾਂ ਵਿੱਚ ਥੋੜ੍ਹੇ ਬਹੁਤੇ ਪਠੰਤਰ ਭੇਦ ਹੁੰਦੇ ਆ, ਪਰ ਬੁਨਿਆਦੀ ਤੌਰ 'ਤੇ ਉਹ ਜਿਹੜੀਆਂ ਰਚਨਾਵਾਂ ਨੇ ਉਹ ਇੱਕ ਦੂਜੇ ਨਾਲ ਰਲਦੀਆਂ ਮਿਲਦੀਆਂ ਹੋਣ ਕਰਕੇ ਉਹਨਾਂ ਨੂੰ ਅਸੀਂ ਪਰੰਪਰਾ ਕਹਿੰਦੇ। ਇਹ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਆ, ਇਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਆ, ਇਹਦੇ 'ਚੋਂ ਵਰਤਾਂਤ ਲਿਆ ਗਿਆ। ਅਤੇ ਵਰਤਾਂਤ ਕਿਹੜਾ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਆ, ਜਿਹੜਾ ਬਹੁਤ ਹੀ ਮਹੱਤਵਪੂਰਨ ਵਰਤਾਂਤ ਆ, ਜਿਹਨੂੰ ਅਸੀਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਾਲ ਜੋੜਦੇ ਹਾਂ, ਕਿ ਸੱਚੇ ਸੌਦੇ ਦੀ ਜਿਹੜੀ ਕਥਾ ਹੈਗੀ। ਹੁਣ ਸੱਚੇ ਸੌਦੇ ਦੀ ਜਿਹੜੀ ਕਥਾ ਹੈਗੀ ਆ, ਉਹਦੇ ਉੱਤੇ ਮੈਂ ਬਹੁਤਾ ਸਮਾਂ ਨਹੀਂ ਲਾਵਾਂਗਾ, ਕਿਉਂਕਿ ਉਸ ਨੂੰ ਤੁਸੀਂ ਵੱਖ-ਵੱਖ ਰੂਪਾਂ ਦੇ ਵਿੱਚ ਪਹਿਲਾਂ ਹੀ ਜਾਣਦੇ ਆ। ਮੈਂ ਸਿਰਫ ਉਹਦੀ ਭਾਸ਼ਾ ਅਤੇ ਉਹਦੀ ਸ਼ੈਲੀ, ਭਾਸ਼ਾ ਅਤੇ ਸ਼ੈਲੀ ਦਰਸਾਉਣ ਲਈ ਇੱਕ ਉਹਦਾ ਪੈਰਾ ਪੜ੍ਹਦਾ। ਜਾ ਕੋਹ ਬਾਹਰ ਤੇ ਗਿਆ, ਆਗੇ ਦੇਖੇ ਤਾਂ ਸਾਧ ਮੰਡਲੀ ਬੈਠੀ ਹੈ, ਪਰ ਕੇਹੀ ਜਿਹੀ ਉਹਨਾਂ ਨੂੰ ਕਪੀਨ ਬਿਨਾ ਕੱਪੜੇ ਕੀ ਜਾਤ ਨਹੀਂ। ਉਹਨਾਂ ਦਾ ਇੱਕ ਮਹੰਤ ਹੈ, ਉਸ ਨੂੰ ਨਾਨਕ ਪੁੱਛਿਆ, ਜੀ ਤੁਸਾਂ ਨੂੰ ਕੱਪੜਾ ਹੱਥ ਆਮਦਾ ਨਹੀਂ, ਕਿ ਸਾਡੀ ਦੇਹੀ 'ਤੇ ਕੱਪੜਾ ਸਖਾਵਤਾ ਨਹੀਂ। ਤਾਂ ਮਹੰਤ ਬੋਲਿਆ, ਕਿਉਂ ਭਾਈ ਤੂੰ ਕਿਉਂ ਪੁੱਛਦਾ ਹੈ, ਤੈਨੂੰ ਕਿਆ ਪਰਜਣ ਹੈ। ਤਾਂ ਬਾਲੇ ਆਖਿਆ, ਨਾਨਕ ਜੀ ਤੂੰ ਵਣਜ ਕਰਨ ਆਇਆ ਹੈ ਕਿ ਫਕੀਰਾਂ ਨਾਲ ਗੋਸ਼ਟ ਕਰਨ ਆਇਆ ਹੈ। ਚੱਲ ਕਾਲੂ ਆਖਿਆ, ਹਾਈ ਸੋ ਸੌਦਾ ਲੈ। ਭਾਈ ਬਾਲਾ, ਮੈਨੂੰ ਪਿਤਾ ਕਾਲੂ ਆਖਿਆ, ਖਰਾ ਸੌਦਾ ਕਰੀ, ਵੱਤ ਮੈਂ ਖਰਾ ਕਰਾਂ ਕਿ ਖੋਟਾ, ਤੂੰ ਆਖ ਮੈਨੂੰ ਮਸਲਤ ਦੇ। ਤੇ ਬਾਲੇ ਆਖਿਆ, ਜੀ ਕਾਲੂ ਤੈਨੂੰ ਖਰੇ ਸੌਦੇ ਨੂੰ ਘੱਲਿਆ ਹੈ। ਨਾਨਕ ਆਖਿਆ, ਬਾਲਾ ਇਹ ਸੌਦਾ ਖਰਾ ਹੈ, ਉਹ ਸੌਦਾ ਖੋਟਾ ਹੈ। ਬਾਲਿਆ ਆਖਿਆ, ਤੂੰ ਜਾਣੂ ਜਾਣ ਹੈ। ਹੁਣ ਇਹ ਜਿਹੜੀ ਸਾਖੀ ਆ, ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਦੇ ਪਿਤਾ ਜੀ ਨੇ ਪੈਸੇ ਦੇ ਕੇ ਆਖਿਆ ਕਿ ਜਾਓ ਤੁਸੀਂ ਸੌਦਾ ਕਰਕੇ ਆਓ, ਅਤੇ ਉਹ ਸੌਦਾ ਉਹਨਾਂ ਨੇ ਇਹ ਕੀਤਾ ਕਿ ਰਸਤੇ ਵਿੱਚ ਉਹਨਾਂ ਨੂੰ ਸਾਧੂ ਮਿਲ ਗਏ। ਉਹਨਾਂ ਸਾਧੂਆਂ ਨੂੰ ਉਹਨਾਂ ਨੇ ਭੋਜਨ ਛਕਾਤਾ, ਉਹਨਾਂ ਨੂੰ ਕੱਪੜੇ ਪਹਿਨਾ ਤੇ ਉਹਨਾਂ ਦੀ ਟਹਿਲ ਸੇਵਾ ਕਰਤੀ, ਅਤੇ ਇਸ ਨੂੰ ਖਰਾ ਸੌਦਾ ਆਖਿਆ ਜਾਂਦਾ। ਨਿਸ਼ਚੇ ਹੀ ਇਹ ਸਾਖੀ ਨੂੰ ਤੁਸੀਂ ਜਾਣਦੇ ਆ। ਅਸੀਂ ਇੱਕ ਵਾਰਤਕ ਦੇ ਵਿਸ਼ਲੇਸ਼ਣ ਜਦੋਂ ਕਰਨਾ ਹੈ ਤਾਂ ਅਸੀਂ ਸਾਖੀ ਦੀ ਭਾਸ਼ਾ 'ਤੇ ਧਿਆਨ ਕੇਂਦਰਿਤ ਕਰਨਾ ਹੈ, ਫਿਰ ਅਸੀਂ ਸਾਖੀ ਦੀ ਸ਼ੈਲੀ 'ਤੇ ਧਿਆਨ ਕੇਂਦਰਿਤ ਕਰਨਾ ਹੈ, ਫਿਰ ਅਸੀਂ ਇਹ ਦੇਖਣਾ ਕਿ ਜਦੋਂ ਸਾਖੀਕਾਰ ਸਾਖੀ ਰਚਦਾ ਹੈ, ਜਦੋਂ ਸਾਖੀਕਾਰ ਸਾਖੀ ਲਿਖਦਾ ਹੈ ਤਾਂ ਉਹ ਕਿਸ ਕਿਸਮ ਦੇ ਪ੍ਰਸੰਗ ਬਣਾਉਂਦਾ ਹੈ। ਇਸ ਪੱਖੋਂ ਇਹ ਸਾਖੀ ਬੜੀ ਮਹੱਤਵਪੂਰਨ ਆ। ਮੈਂ ਵਿਦਿਆਰਥੀਆਂ ਨੂੰ ਇਹ ਕਹਿੰਦਾ ਕਿ ਉਹ ਸਾਖੀ ਨੂੰ ਆਪ ਪੜ੍ਹਨ, ਤੁਹਾਨੂੰ ਉਸ ਸਮੇਂ ਦੀ ਭਾਸ਼ਾ ਦਾ ਅੰਦਾਜ਼ਾ ਹੋਊਗਾ, ਉਸ ਸਮੇਂ ਦੇ ਸਮਾਜ ਦਾ ਇਹਦੇ 'ਚੋਂ ਅੰਦਾਜ਼ਾ ਹੋਵੇਗਾ। ਜਿਹੜੀ ਅਗਲੀ ਤੁਹਾਡੇ ਸਿਲੇਬਸ ਦੇ ਵਿੱਚ ਵੰਨਗੀ ਲਾਈ ਗਈ ਹੈ, ਉਹ ਫਿਰ ਗੋਸ਼ਟ ਲਾਈ ਗਈ ਹੈ। ਇਹ ਭਾਸ਼ਾ ਵਿਭਾਗ ਵੱਲੋਂ ਜਿਹੜੀ ਛਾਪੀ ਪੁਸਤਕ ਗੋਸ਼ਟੀਆਂ ਉਹਦੇ 'ਚੋਂ ਲਈ ਗਈ ਹੈ। ਇਹ ਜਿਹੜਾ ਵਰਤਾਂਤ ਆ, ਇਹ ਜਿਹੜੀ ਗੋਸ਼ਟ ਹੈਗੀ ਆ, ਇਹ ਗੋਸ਼ਟ ਸ਼੍ਰੀ ਗੋਪੀ ਚੰਦ ਦੀ ਆ। ਅਤੇ ਗੋਪੀ ਚੰਦ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਕਿ ਉੱਤਰੀ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਇਲਾਕੇ ਦੇ ਵਿੱਚ ਯੋਗ ਮਤ ਦਾ ਬਹੁਤ ਜ਼ਿਆਦਾ ਅਸਰ ਸੀ, ਅਤੇ ਜਿਹੜੇ ਰਾਜੇ ਆ ਉਹ ਵੀ ਯੋਗੀ ਹੋ ਜਾਂਦੇ ਸੀ। ਅਤੇ ਜਿਹੜਾ ਗੋਪੀਨਾਥ ਦਾ ਜਿਹੜਾ ਇਹ ਵਰਤਾਂਤ ਆ, ਇਹ ਆਰੰਭ ਦੇ ਵਿੱਚ ਹੀ ਗੋਪੀਨਾਥ ਨੂੰ ਕਿਵੇਂ ਹੁੰਦਾ ਹੈਗਾ, ਵਿਰਾਗ ਕਿਵੇਂ ਆਉਂਦਾ ਹੈ, ਉਹ ਬੜਾ ਦਿਲਚਸਪ ਹੈਗਾ ਕਿ ਜਿਹੜਾ ਗੋਪੀਨਾਥ ਆ ਉਹ ਰਾਜਾ ਹੈ, ਅਤੇ ਉਹ ਆਪਣੇ ਮਹਿਲ ਦੇ ਵਿੱਚ ਆਪਣੇ ਪਿੰਡੇ ਦੇ ਉੱਪਰ ਤੇਲ ਮਿਲਾ ਰਿਹਾ ਹੈ, ਅਤੇ ਉਹਦੀ ਜਿਹੜੀ ਮਾਂ ਹੈ ਉਹ ਉੱਪਰ ਖੜੀ ਦੇਖ ਰਹੀ ਆ, ਤਾਂ ਉਹ ਉੱਪਰੋਂ ਪਾਣੀ ਦੀ ਬੂੰਦ ਆਉਂਦੀ ਆ। ਤਾਂ ਗੋਪੀ ਚੰਦ ਦੇਖਦਾ ਕਿ ਪਾਣੀ ਦੀ ਬੂੰਦ ਕਿੱਥੋਂ ਆਈ, ਤਾਂ ਪਤਾ ਲੱਗਦਾ ਹੈ ਕਿ ਉਹਦੀ ਮਾਂ ਦੇ ਅੱਖਾਂ 'ਚੋਂ ਹੰਝੂ ਡਿੱਗੇ ਆ। ਉਹ ਮਾਂ ਨੂੰ ਪੁੱਛਦਾ ਕਿ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਕਿਉਂ ਆਏ, ਤਾਂ ਉਹਨੇ ਕਿਹਾ ਕਿ ਜਿਹੜੀ ਇਹ ਦੇਹ ਆ ਇੱਕ ਦਿਨ ਨਾਸ਼ ਹੋ ਜਾਣੀ ਆ, ਇਹ ਜਿਹੜੀ ਇੰਨੀ ਸੁੰਦਰ ਦੇਹ ਹੈ ਇੱਕ ਦਿਨ ਨਾਸ਼ ਹੋ ਜਾਣੀ ਆ। ਇਸ ਗੱਲ 'ਚੋਂ ਗੋਪੀ ਚੰਦ ਦੇ ਮਨ ਵਿੱਚ ਵਿਰਾਗ ਆਉਂਦਾ ਹੈ, ਅਤੇ ਉਹ ਫਿਰ ਜੋਗੀ ਬਣ ਜਾਂਦਾ ਹੈ, ਅਤੇ ਉਹ ਗੋਰਖਨਾਥ ਦਾ ਚੇਲਾ ਬਣ ਜਾਂਦਾ ਹੈ। ਉਹ ਆਪਣਾ ਰਾਜ ਮਹਿਲ ਤਿਆਗ ਦਿੰਦਾ ਹੈ, ਉਹ ਸਾਰਾ ਕੁਝ ਤਿਆਗ ਦਿੰਦਾ ਹੈ। ਉਸ ਤਿਆਗ ਦੀ ਕਥਾ ਹੈ। ਅਤੇ ਤਿਆਗ ਤੋਂ ਬਾਅਦ ਜਦ ਰਾਜਾ ਭਿੱਖਿਆ ਮੰਗਣ ਆਉਂਦਾ ਹੈ ਤਾਂ ਉਹ ਪ੍ਰਸ਼ਨ ਉੱਤਰ ਨੇ, ਮਾਂ ਨਾਲ ਪ੍ਰਸ਼ਨ ਉੱਤਰ, ਰਾਣੀ ਨਾਲ ਪ੍ਰਸ਼ਨ ਉੱਤਰ, ਉਹ ਰਾਜ ਤਿਆਗਣ ਦੀ ਗੱਲ ਨੂੰ ਜਾਇਜ਼ ਠਹਿਰਾਉਣ ਦੀਆਂ ਗੱਲਾਂ ਨੇ। ਤਾਂ ਇਹ ਸਾਡਾ ਬੜਾ ਖੂਬਸੂਰਤ ਵਿਰਸਾ ਹੈ ਕਿ ਜਿਹਦੇ ਵਿੱਚ ਰਾਜੇ ਆਪਣਾ ਸਭ ਕੁਝ ਤਿਆਗ ਦਿੰਦੇ ਨੇ। ਤਾਂ ਉਹਦੇ ਵਿੱਚ ਕੀ ਆ ਕਿ ਗੋਸ਼ਟ ਕਿਉਂ ਆ, ਹੈ ਤਾਂ ਇਹਦੇ ਵਿੱਚ ਵਰਤਾਂਤ ਭਾਰੂ, ਪਰ ਗੋਸ਼ਟ ਇਸ ਕਰਕੇ ਕਿ ਇਹਦੇ ਵਿੱਚ ਪ੍ਰਸ਼ਨ ਉੱਤਰ ਬਹੁਤ ਆਉਂਦੇ ਆ।
तब राजा गोपी चंद बोलिया, माता के पूछत है कि कहत है राजे की तू रानी होती, अब मोरी तू माया, सब वह धौले तेरा वासा, तैं जो ज्ञान कहाँ ते पाया। तब राजे कहा, हे माता, अगे तू राजे की रानी थी, तुंडे बाहर निकसन ना पावती, किसे साथ बात ना कर पावती। अब तू मेरी माता है, अब तू बाहर निकसन ना पावती, अगर नगर बिच मनुखा साथ तू ना बोलती, सब धौले तू रहती, ये ज्ञान कहाँ से सीखा। तब रानी बोली, पूता बालक होती, विद्या लेती, गुर की सेव कमाई, गुर खराक की चेली बोली, अर्ध सिद्धि गुर ते पाई। ਉਹ ਜਿਹੜੀ ਮਾਤਾ ਨਾਲ ਉਹਦਾ ਸੰਵਾਦ ਆ, ਉਹ ਕਿਉਂਕਿ ਸੰਵਾਦ ਰੂਪ ਵਿੱਚ ਆ ਇਹ, ਇਸ ਕਰਕੇ ਇਹਨੂੰ ਗੋਸ਼ਟ ਆਖਿਆ ਗਿਆ। ਇਹਦੇ ਵਿੱਚ ਦੋ ਚੀਜ਼ਾਂ ਜੁੜੀਆਂ ਹੋਈਆਂ ਕਿ ਇੱਕ ਪਾਸੇ ਇਹਦੇ ਵਿੱਚ ਗੋਸ਼ਟ ਜੁੜੀ ਹੋਈ ਆ, ਅਤੇ ਇਸ ਦੇ ਨਾਲ ਹੀ ਇਹਦੇ ਵਿੱਚ ਗੋਸ਼ਟ ਦੇ ਨਾਲੋਂ ਨਾਲ ਇਹਦੇ ਵਿੱਚ ਉਸ ਦੇ ਨਾਲ ਜੋੜ ਕੇ ਹੀ ਪੇਸ਼ ਕੀਤਾ ਗਿਆ ਹੈਗਾ ਬਰਤਾਂਤ। ਇਹ ਬਰਤਾਂਤ ਅਤੇ ਗੋਸ਼ਟ ਦੋਵਾਂ ਦਾ ਜੋੜ ਹੈ। ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਅਗਲੀ ਰਚਨਾ ਹੈਗੀ ਆ, ਉਹ ਪ੍ਰੇਮ ਸਮਾਰਗ ਗ੍ਰੰਥ 'ਚੋਂ ਲਈ ਗਈ ਹੈ। ਇਸ ਦੇ ਸੰਪਾਦਕਾਂ ਨੇ ਇਸ ਨੂੰ ਬਚਨ ਵਿੱਚ ਮੰਨਿਆ। ਮੈਂ ਇਸ ਨੂੰ ਰਹਿਤਨਾਮੇ ਦੀ ਇੱਕ ਵੰਨਗੀ ਮੰਨਦਾ ਹੈ, ਪਰ ਕਿਉਂਕਿ ਸੰਪਾਦਕਾਂ ਨੇ ਇਸ ਨੂੰ ਬਚਨ ਵਿੱਚ ਲਿਆ ਅਤੇ ਉਹਨਾਂ ਨੇ ਬਚਨ 'ਚ ਇਸ ਕਰਕੇ ਲਿਆ ਕਿ ਇਹਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ ਆ। ਇਹ ਸਮਝਿਆ ਜਾਂਦਾ ਕਿ 10ਵੇਂ ਪਾਤਸ਼ਾਹ ਨੇ ਜੋ ਬਚਨ ਕੀਤੇ ਸੀ ਉਹੀ ਲਿਖੇ ਹੋਏ ਨੇ, ਪਰ ਮੈਂ ਇਸ ਨੂੰ ਰਹਿਤਨਾਮਿਆਂ ਵਿੱਚ ਇਸ ਕਰਕੇ ਮੰਨਦਾ ਹੈਗਾ ਕਿ ਇਹਦੇ ਵਿੱਚ ਰਹਿਤ ਦੱਸੀ ਗਈ ਆ ਕਿ ਮਨੁੱਖ ਨੇ ਜ਼ਿੰਦਗੀ ਕਿਸ ਪ੍ਰਕਾਰ ਜਿਉਣੀ ਹੈਗੀ ਆ। ਸਾਡੇ ਜਿਹੜੇ ਸੰਪਾਦਕ ਨੇ ਉਹਨਾਂ ਨੇ ਇਸ ਨੂੰ ਕਿਹਾ ਜਾ ਸਕਦਾ ਕਿ 1700 ਤੋਂ ਪਹਿਲਾਂ ਦੀ ਰਚਨਾ ਮੰਨੀ ਆ। ਮੇਰੀ ਸਮਝ ਅਨੁਸਾਰ ਇਹ ਰਚਨਾ ਉਦੋਂ ਬਾਅਦ ਦੀ ਆ, ਪਰ ਅੱਜ ਅਸੀਂ ਇਹਦੇ ਰਚਨਾ ਕਾਲ ਬਾਰੇ ਬਹਿਸ ਨਾ ਕਰਦੇ ਹੋਏ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਦੱਸਿਆ ਗਿਆ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਨਾਲ ਸੰਬੰਧਿਤ ਹੋਰ ਸਿੱਖ ਸਾਹਿਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਵਿਆਖਿਆਵਾਂ ਨੇ ਗੁਰਬਾਣੀ ਦੀਆਂ, ਜੀਵਨ ਕਿਵੇਂ ਜੀਆ ਜਾਵੇ, ਅਧਿਆਤਮਕ ਜੀਵਨ ਬਾਰੇ। ਪਰ ਜਿਹੜੀ ਇਹ ਰਚਨਾ ਹੈਗੀ ਹੈ ਜ਼ਿਆਦਾਤਰ ਇੱਕ ਦੁਨਿਆਵੀ ਜੀਵਨ ਕਿਵੇਂ ਜੀਵਿਆ ਜਾਵੇ, ਕਿ ਜੇ ਮਨੁੱਖ ਨੇ ਅਧਿਆਤਮਕ ਤੌਰ 'ਤੇ ਉੱਨਤੀ ਕਰਨੀ ਆ ਪਰ ਉਸਨੇ ਜਿਉਂਦਿਆਂ ਵੀ ਰਹਿਣਾ ਅਤੇ ਜਿਉਂਦਿਆਂ ਰਹਿਣ ਲਈ ਉਹਨੂੰ ਦੁਨਿਆਵੀ ਜੀਵਨ ਵੀ ਜੀਣਾ ਪੈਣਾ। ਅਤੇ ਦੁਨਿਆਵੀ ਜੀਵਨ ਉਹ ਕਿਵੇਂ ਜੀਵੇ, ਵਿਆਹ ਕਿਵੇਂ ਕਰੇ, ਸ਼ਾਦੀ ਕਿਵੇਂ ਕਰੇ, ਬੱਚੇ ਦੇ ਜਨਮ 'ਤੇ ਕੀ ਕਰਨਾ, ਕਮਾਈ ਕਿੱਥੋਂ ਕਰਨੀ ਹੈਗੀ ਆ, ਰਾਜੇ ਨਾਲ ਉਹਦੇ ਕੀ ਸੰਬੰਧ ਹੋਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੁਨਿਆਵੀ ਨੇ ਇਹਨਾਂ ਬਾਰੇ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੀ ਕੀਤਾ ਜਾਣਾ ਚਾਹੀਦਾ। ਇੱਕ ਤਰ੍ਹਾਂ ਜਿਹੜਾ ਦੁਤੀਆ ਬਚਨ ਆ ਤਾਂ ਪਹਿਲਾ ਬਚਨ ਤਾਂ ਸੁਬਾਹ ਉੱਠਣ ਤੋਂ ਹੀ ਸ਼ੁਰੂ ਹੋ ਜਾਂਦਾ। ਕਿਸ ਪ੍ਰਕਾਰ ਦਾ, ਆਪ ਇਸ ਪ੍ਰਾਣੀ ਕੋ ਚਾਹੀਏ ਜੋ ਪ੍ਰਥਮ ਵੱਡੇ ਪ੍ਰਾਂਤਾ ਕਾਲ ਉੱਠੇ। ਇਹ ਕਹਿੰਦੇ ਕਿ ਸਵੇਰੇ ਸਦਿਆਂ ਉੱਠੋ, ਉੱਠ ਕੇ ਆਪਣੇ ਪ੍ਰਾਣ ਸਿਉਂ ਜਿਉਂ ਹੁਕਮ ਹੈ ਫਾਰਗ ਹੋਵੇ, ਫਿਰ ਨਿਤ ਪ੍ਰਤੀ ਦੀ ਆਪਦੀ ਕਿਰਿਆ ਕਰੇ। ਆਪਣੇ ਮਾਤਾ ਪਿਤਾ ਕੇ ਆਗੇ ਜਾਏ ਕਿ ਕੁਛ ਪ੍ਰਸ਼ਾਦ ਰੱਖ ਕੇ ਪੈਰਾਂ ਉੱਪਰ, ਫਿਰ ਪੈਰ ਜੋੜ ਕੇ ਹੱਥ ਨਾਲ ਸਲਾਮ ਪ੍ਰਣਾਮ ਕਰੇ 5 ਵਾਰੀ ਅਦਬ ਨਾਲ। फिर ਵੱਡੇ भाई और चाचे ताए अगे जाके सलाम करे, अदब करे। बड़ों का कर्म विचारे, जिसके आगे हाथ जोड़कर सलाम करना आया उनके कर्म विचारना बहुत बुरा है, ये पूज है। फिर गुरु के पास जाए, प्रसाद कुछ भेंट करे, आगे रख के मत्था टेके, फिर दीन दुनिया के कामों में लागे, दीन के काम करे सफल होवे। ਹੁਣ ਇਹਦੇ ਵਿੱਚ ਕੀ ਹੈ ਕਿ ਮਨੁੱਖ ਨੇ ਜ਼ਿੰਦਗੀ ਜਿਉਣੀ ਆ, ਪਰ ਉਹਦੇ ਵਿੱਚ ਉਹਨੂੰ ਕਿਹਾ ਗਿਆ ਹੈ ਕਿ ਉਹ ਸੁਬਾਹ ਸਵੇਰੇ ਉੱਠ ਕੇ ਕੀ ਕਰੇ। ਤਾਂ ਇਹ ਜਿਹੜੀ ਕ੍ਰਿਤਗਤਾ ਪ੍ਰਗਟ ਕਰਨੀ ਹੈ, ਜਿਹੜਾ ਪ੍ਰਣਾਮ ਕਰਨਾ, ਇਹ ਅਸਲ ਦੇ ਵਿੱਚ ਇਹ ਕਿ ਵੱਡਿਆਂ ਦਾ ਸਤਿਕਾਰ ਕਰਨਾ ਹੈ। ਇਹਦੇ ਵਿੱਚ ਬਚਨ ਕੀਤਾ ਗਿਆ ਕਿ ਮਾਂ ਪਿਓ ਦਾ, ਫਿਰ ਮਾਂ ਪਿਓ ਦਾ ਹੀ ਨਹੀਂ, ਹੋਰ ਵੱਡੇ ਜਿਹੜੇ ਰਿਸ਼ਤੇਦਾਰ ਨੇ, ਚਾਚੇ ਤਾਏ ਆ, ਉਹਨਾਂ ਵੱਲ ਵੀ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਜਾਵੇ, ਫਿਰ ਗੁਰੂ ਦਾ ਸਤਿਕਾਰ ਕੀਤਾ ਜਾਵੇ। ਇਵੇਂ ਜਿਹੜਾ ਦੂਸਰਾ ਬਚਨ ਹੈਗਾ, ਉਹ ਮੈਂ ਹੁਣ ਤੁਹਾਨੂੰ ਪੜ੍ਹਦਾ ਤਾਂ ਨਹੀਂ ਇੱਥੇ, ਪਰ ਉਹਦੇ ਵਿੱਚ ਕਿ ਜਿਹੜੀ ਕਮਾਈ ਆ ਉਹ ਕਿਵੇਂ ਦਿੱਤੀ ਜਾਵੇ, ਕਿ ਮਾਤਾ ਪਿਤਾ ਦਾ ਉਹਦੇ ਵਿੱਚ ਹਿੱਸਾ ਕਿੰਨਾ ਹੈ, ਰਾਜੇ ਦਾ ਹਿੱਸਾ ਕਿੰਨਾ ਹੈ, ਸੰਤਾਨ ਦਾ ਹਿੱਸਾ ਕਿੰਨਾ ਹੈ, ਜੇ ਸੰਤਾਨ ਨੂੰ ਫਿਰ ਉਹ ਵੰਡਣੀ ਆ ਤਾਂ ਕਿਸ ਤਰ੍ਹਾਂ ਵੰਡਣੀ ਆ, ਧੀ ਦਾ ਕੀ ਹੱਕ ਆ, ਦੋਹਤੇ ਦਾ ਕੀ ਹੱਕ ਆ, ਪੁੱਤ ਦਾ ਕੀ ਹੱਕ ਆ, ਬੜੇ ਡਿਟੇਲ ਦੇ ਵਿੱਚ, ਬੜੇ ਵਿਸਤਾਰ ਦੇ ਵਿੱਚ ਦਿੱਤਾ ਹੋਇਆ। ਆਪਣੇ ਆਪ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਰਚਨਾ ਉਸ ਸਮੇਂ ਹੋਂਦ ਵਿੱਚ ਆਈ ਹੋਵੇਗੀ ਕਿ ਜਿਸ ਸਮੇਂ ਸਿੱਖ ਪੰਥ ਇੰਨੀ ਕੁ ਚੜ੍ਹਦੀ ਕਲਾ ਵਿੱਚ ਹੋ ਗਿਆ ਸੀ ਕਿ ਉਹਨੂੰ ਲੱਗ ਰਿਹਾ ਸੀ ਕਿ ਭਵਿੱਖ ਵਿੱਚ ਸਾਡੇ ਕੋਲ ਰਾਜ ਆਵੇਗਾ, ਤਾਂ ਇਹ ਰਾਜ ਚਲਾਇਆ ਕਿਵੇਂ ਜਾਊਗਾ। ਉਸ ਸਮੇਂ ਦੀਆਂ ਇਹ ਇੱਕ ਤਰ੍ਹਾਂ ਦਾ ਕਿਹਾ ਜਾ ਸਕਦਾ ਕਿ ਜਿਵੇਂ ਪੁਰਾਣੇ ਵੀ ਸਾਡੇ ਕੋਲ ਰਚਨਾਵਾਂ ਹੈਗੀਆਂ, ਜਿਵੇਂ ਕਟਲਿਆ ਦਾ ਅਰਥ ਸ਼ਾਸਤਰ ਆ, ਜਿਵੇਂ ਸਾਡੇ ਕੋਲ ਚਾਣਕੀਆ ਨੀਤੀ ਆ,
ਉਸੇ ਤਰ੍ਹਾਂ ਹੀ ਜਿਵੇਂ ਕਿਹਾ ਜਾ ਸਕਦਾ ਹੈਗਾ ਕਿ ਰਾਜੇ ਦੇ ਕੀ ਕਰਤੱਵ ਨੇ, ਇੱਕ ਮਨੁੱਖ ਦੁਨਿਆਵੀ ਮਨੁੱਖ ਦੇ ਕੀ ਕਰਤੱਵ ਨੇ, ਉਹਨਾਂ ਨੂੰ ਇਹਨਾਂ ਨੇ ਇਸ ਦੇ ਵਿੱਚ ਪ੍ਰੇਮ ਸਮਾਰਗ ਗ੍ਰੰਥ ਦੇ ਵਿੱਚ ਸਮਝਾਇਆ ਗਿਆ ਹੈਗਾ। ਇਹ ਵੀ ਸਿੱਖ ਧਰਮ ਦਾ ਇਸ ਦੇ ਉੱਤੇ ਬਹੁਤ ਜ਼ਿਆਦਾ ਅਸਰ ਆ। ਭਾਵਾਂ ਜਿਹੜੇ ਪੁਰਾਣੀਆਂ ਨੀਤੀ ਕਥਾਵਾਂ ਜਾਂ ਪੁਰਾਣੇ ਜਿਹੜੇ ਸਾਡੇ ਨੀਤੀ ਵਾਕ ਆ ਉਹ ਵੀ ਇਹਦੇ ਵਿੱਚ ਹਾਜ਼ਰ ਆ। ਅਤੇ ਇਸ ਭਾਗ ਵਿੱਚ ਜਿਹੜੀ ਆਖਰੀ ਰਚਨਾ ਜਿਹੜੀ ਲਾਈ ਗਈ ਹੈਗੀ ਆ ਇਸ ਭਾਗ ਦੇ ਵਿੱਚ ਉਹ ਸਾਖੀ ਆ, ਅਤੇ ਉਹ ਸਾਖੀ ਹੈਗੀ ਆ ਉਹ ਸਿੱਖਾਂ ਦੀ ਭਗਤਮਾਲਾ ਵਿੱਚੋਂ ਲਈ ਗਈ ਆ। ਅਤੇ ਸਿੱਖਾਂ ਦੀ ਜਿਹੜੀ ਭਗਤਮਾਲਾ ਹੈ ਉਹ ਗੋਬਿੰਦ ਸਿੰਘ ਲਾਂਬਾ ਨੇ ਜਿਹੜੀ ਸੰਪਾਦਿਤ ਕੀਤੀ ਆ ਉਹਦੇ ਵਿੱਚੋਂ ਲਈ ਗਈ ਆ। ਇਹ ਟੀਕਾ ਹੈ ਅਸਲ ਦੇ ਵਿੱਚ ਕਿਹਦਾ, ਭਾਈ ਗੁਰਦਾਸ ਜੀ ਦੀ 11ਵੀਂ ਜਿਹੜੀ ਹੈਗੀ ਆ ਵਾਰ ਦਾ, ਉਹਦੇ ਵਿੱਚੋਂ ਜਿਹੜੀ ਹੈਗੀ ਆ ਸਾਖੀ ਉਹਦੇ ਵਿੱਚ ਦਿੱਤੀ ਗਈ ਹੈਗੀ ਆ। ਉਹ ਸਾਖੀ ਆ ਜਿਹੜੀ ਇਹਦੇ ਵਿੱਚ ਜਿਹੜੀ ਤੁਹਾਡੇ ਇੱਥੇ ਸਿਲੇਬਸ ਚਲਾਈ ਗਈ ਆ ਉਹ ਸਾਖੀ ਤਾਰੂ ਪੋਪਟ ਦੀ ਆ। ਪੌੜੀ ਜਿਹੜੀ 13ਵੀਂ ਆ ਉਹਦੇ ਵਿੱਚ ਇਹ ਦਰਜ ਹੈਗੀ ਆ। ਉਹ 13ਵੀਂ ਪੌੜੀ ਦੇ ਵਿੱਚ ਤਾਰੂ ਪੋਪਟ ਦਾ ਨਾਂ ਆਉਂਦਾ ਹੈ। ਅਤੇ ਤਾਰੂ ਪੋਪਟ ਦੇ ਬਾਰੇ ਹੁਣ ਇਹ ਵਿਆਖਿਆ ਕੀ ਹੈਗੀ ਹੈ ਕਿ ਤਾਰੂ ਪੋਪਟ ਕੌਣ ਸੀ। ਅਤੇ ਕਿਹਾ ਜਾਂਦਾ ਕਿ ਉਹ ਗੁਰੂ ਸਾਹਿਬ ਨੂੰ ਮਿਲਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਵੀ ਛੋਟੀ ਉਮਰ ਸੀਗੀ, 12-13 ਸਾਲ ਦਾ ਤਾਰੂ ਪੋਪਟ ਸੀ। ਅਤੇ ਉਹਨੂੰ ਕਿਹਾ ਕਿ ਵੀ ਤੇਰੀ ਤਾਂ ਉਮਰ ਬਹੁਤ ਥੋੜ੍ਹੀ ਆ, ਤੂੰ ਕਿਉਂ ਉਦਾਸੀ ਧਾਰਨ ਕਰਨਾ ਚਾਹੁੰਦਾ, ਤੂੰ ਕਿਉਂ ਧਰਮ ਦੇ ਕਰਮ ਦੇ ਵਿੱਚ ਹੀ ਲੱਗਣਾ ਚਾਹੁੰਦਾ। ਤਾਂ ਉਹਨਾਂ ਨੇ ਇੱਕ ਕਥਾ ਸੁਣਾਈ ਤਾਰੂ ਪੋਪਟ ਨੇ ਕਿਹਾ ਕਿ ਮੈਂ ਇੱਕ ਦਿਨ ਜੰਗਲ ਵਿੱਚ ਵੇਖ ਰਿਹਾ ਸੀ ਕਿ ਅੱਗ ਲੱਗੀ ਹੋਈ ਸੀ, ਤਾਂ ਅੱਗ ਲਾਉਣ ਲਈ ਜਿਹੜੀਆਂ ਨਿੱਕੀਆਂ ਨਿੱਕੀਆਂ ਲੱਕੜੀਆਂ ਉਹ ਪਹਿਲਾਂ ਜਲਦੀਆਂ ਅਤੇ ਵੱਡੀਆਂ ਲੱਕੜਾਂ ਜਿਹੜੀਆਂ ਉਹਨਾਂ ਨੂੰ ਅੱਗ ਬਾਅਦ 'ਚ ਪੈਂਦੀ ਆ। ਮੈਨੂੰ ਲੱਗਦਾ ਭਾਵੇਂ ਮੇਰੀ ਉਮਰ ਛੋਟੀ ਆ ਪਰ ਜਿਹੜਾ ਕਾਲ ਆ, ਜਿਹੜੀ ਮੌਤ ਆ ਉਹ ਮੇਰੇ ਕੋਲ ਪਹਿਲਾਂ ਆਊਗੀ। ਮੈਂ ਨਿੱਕਾ ਹੈ, ਇਸ ਕਰਕੇ ਮੈਂ ਸਿੱਖ ਬਣਨਾ ਚਾਹੁੰਦਾ, ਇਸ ਕਰਕੇ ਮੈਂ ਗੁਰੂ ਦੇ ਲੜ ਲੱਗਣਾ ਚਾਹੁੰਦਾ। ਇਹ ਇੱਕ ਜਿਹੜੀ ਕਥਾ ਹੈ ਇਹ ਦਰਸਾਉਂਦੀ ਹੈਗੀ ਆ ਕਿ ਇਹ ਨਹੀਂ ਕਿ ਮਨੁੱਖ ਨੇ ਆਪਣਾ ਸਾਰੇ ਦਾ ਸਾਰਾ ਜੀਵਨ ਹੀ ਧਰਮ ਅਨੁਸਾਰੀ ਜੀਣਾ, ਸਦਾਚਾਰਕ ਜੀਵਨ ਜੀਣਾ, ਨਾ ਕਿ ਸਿਰਫ ਪਿਛਲੀ ਉਮਰੇ ਹੀ ਇਸ ਪਾਸੇ ਵੱਲ ਜਾਣਾ। ਇਹ ਸਾਖੀ ਇਹ ਸੰਕੇਤ ਕਰਦੀ ਆ। ਤਾਂ ਇਹ 4-5 ਜਿਹੜੀਆਂ ਰਚਨਾਵਾਂ ਬਾਰੇ ਅੱਜ ਆਪਾਂ ਗੱਲ ਕੀਤੀ, ਇਹ ਜਿਹੜੀਆਂ ਮੱਧਕਾਲੀ ਵਾਰਤਕ ਦੇ ਉੱਤਮ ਨਮੂਨੇ ਨੇ। ਉਹ ਚਾਹੇ ਬਚਨ ਹੋਵੇ, ਉਹ ਚਾਹੇ ਗੋਸ਼ਟਾਂ ਹੋਣ, ਉਹ ਚਾਹੇ ਸਾਖੀਆਂ ਹੋਣ, ਚਾਹੇ ਉਹ ਜਨਮ ਸਾਖੀਆਂ ਹੋਣ। ਇਹ ਚਾਹੀਦਾ ਵਿਦਿਆਰਥੀਆਂ ਨੂੰ ਕਿ ਇਸ ਪੁਸਤਕ ਦੇ ਵਿੱਚੋਂ ਇਹ ਨਮੂਨੇ ਪੜ੍ਹਨ। ਜੇ ਹੋ ਸਕਦਾ ਹੈਗਾ ਤਾਂ ਇਹ ਨਮੂਨੇ ਜਿੱਥੋਂ ਲਏ ਗਏ ਆ ਉਹ ਮੂਲ ਪੁਸਤਕਾਂ ਨੂੰ ਪੜ੍ਹਨ। ਫਿਰ ਇਹਨਾਂ ਪੁਸਤਕਾਂ ਦੇ ਵਿੱਚ ਕੁਝ ਸ਼ਬਦ ਅਜਿਹੇ ਆਏ ਹੋਣੇ ਆ ਕਿ ਜਿਹੜੇ ਤੁਹਾਨੂੰ ਅਰਥ ਨਹੀਂ ਪਤਾ ਲੱਗਦੇ, ਉਹਦੇ ਲਈ ਉਹ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਜੀ ਦਾ ਦੇਖ ਲੈਣ, ਪੰਜਾਬੀ ਕੋਸ਼ ਦੇਖ ਲੈਣ। ਇਸ ਦੇ ਪਿੱਛੇ ਵੀ ਇੱਕ ਪ੍ਰਸ਼ਿਸ਼ਟ ਲਾਇਆ ਹੋਇਆ, ਇਸ ਦੇ ਪਿੱਛੇ ਵੀ ਇੱਕ ਸੂਚੀ ਲਾਈ ਹੋਈ ਆ ਔਖੇ ਸ਼ਬਦਾਂ ਦੀ, ਉੱਥੋਂ ਉਹ ਪੜ੍ਹਨ। ਜਿਹੜੇ ਬਿਲਕੁਲ ਸ਼ਬਦਾਂ ਦਾ ਅਰਥ ਪਤਾ ਨਹੀਂ ਲੱਗਦਾ ਉਹਨਾਂ ਨੂੰ ਅੰਡਰਲਾਈਨ ਕਰਨ ਅਤੇ ਆਪਣੇ ਅਧਿਆਪਕਾਂ ਤੋਂ ਪੁੱਛਣ। ਇਸ ਦੇ ਨਾਲ ਹੀ ਇਹ ਸਾਖੀ ਦੇ ਜਿਹੜੇ ਸਾਰ ਨੇ ਜਾਂ ਇਹਨਾਂ ਰਚਨਾਵਾਂ ਦੇ ਜਿਹੜੇ ਸਾਰ ਨੇ ਉਹ ਇਹਦੇ ਪਿੱਛੇ ਦਿੱਤੇ ਹੋਏ ਆ, ਉੱਥੋਂ ਪੜ੍ਹ ਕੇ ਉਸ ਦਾ ਠੀਕ ਪ੍ਰਸੰਗ ਨੂੰ ਸਮਝਣ ਅਤੇ ਇਸ ਤਰ੍ਹਾਂ ਉਹ ਆਪਣੀ ਇਹ ਤਿਆਰੀ ਕਰਨ। ਅਤੇ ਇਸ ਨਾਲ ਤੁਹਾਡਾ ਕਿਹਾ ਜਾ ਸਕਦਾ ਹੈ ਕਿ ਮੱਧਕਾਲੀ ਵਾਰਤਕ ਬਾਰੇ ਤੁਹਾਡੀ ਤਿਆਰੀ ਹੋਵੇਗੀ। ਅਗਲਾ ਜਿਹੜਾ ਲੈਕਚਰ ਹੈਗਾ ਉਹ ਪਿਛਲੇਰੇ ਦੌਰ ਦਾ ਜਿਹੜਾ ਮੱਧਕਾਲ ਹੈਗਾ ਉਹਨਾਂ ਰਚਨਾਵਾਂ ਬਾਰੇ ਗੱਲ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ। ਤੁਸੀਂ ਇਸ ਨੂੰ ਸੁਣਿਆ, ਤੁਹਾਡਾ ਬੜਾ ਸ਼ੁਕਰੀਆ, ਬੜਾ ਧੰਨਵਾਦ। ਜੇ ਤੁਹਾਨੂੰ ਇਹ ਚੰਗਾ ਲੱਗੇ ਕਿ ਹੋਰ ਵਿਦਿਆਰਥੀ ਜਿਹੜੇ ਆਪਣੇ ਸਿੱਧੇ ਵਿਦਿਆਰਥੀ ਨਹੀਂ ਉਹਨਾਂ ਤੱਕ ਇਸ ਨੂੰ ਪੁੱਜਦਾ ਕਰਨਾ, ਅਤੇ ਜਿਹੜੀਆਂ ਬਾਕੀ ਵੀਡੀਓ ਵਾਰਤਕ ਬਾਰੇ ਬਣਾਈਆਂ ਉਹਨਾਂ ਨੂੰ ਵੀ ਤੁਸੀਂ ਦੇਖਣਾ। ਉਹਦੇ ਨਾਲ ਦੀ ਨਾਲ ਸਿਰਫ ਵੀਡੀਓ 'ਤੇ ਹੀ ਆਸ਼ਰਿਤ ਨਹੀਂ ਰਹਿਣਾ, ਸਗੋਂ ਤੁਸੀਂ ਖੁਦ ਵੀ ਇਹਨਾਂ ਰਚਨਾਵਾਂ ਨੂੰ ਪੜ੍ਹਨਾ ਹੈ। ਇਹ ਵੀਡੀਓ ਤਾਂ ਸਿਰਫ ਤੁਹਾਨੂੰ ਇੱਕ ਤਰ੍ਹਾਂ ਦਾ ਜਾਗ ਲਾਉਣੀ ਆ, ਤੁਹਾਨੂੰ ਪ੍ਰੇਰਨਾ ਦੇਣੀ ਆ। ਅਸਲ ਵਿੱਚ ਤਾਂ ਤੁਸੀਂ ਖੁਦ ਉਹਨਾਂ ਰਚਨਾਵਾਂ ਨੂੰ ਪੜ੍ਹੋ ਅਤੇ ਜਿਹੜੇ ਪ੍ਰਸ਼ਨ ਨੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ, ਵਟਸਐਪ 'ਤੇ ਪੁੱਛ ਸਕਦੇ ਆ, ਇਸ ਵੀਡੀਓ ਦੇ ਕਮੈਂਟ ਵਿੱਚ ਪੁੱਛ ਸਕਦੇ ਹੈਗੇ ਆ, ਸਿੱਧਾ ਫੋਨ ਕਰਕੇ ਵੀ ਪੁੱਛ ਸਕਦੇ ਹੈਗੇ ਆ। ਤਾਂ ਤੁਸੀਂ ਇਸ ਤਰ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੋ। ਤੁਹਾਡੀ ਪੜ੍ਹਾਈ ਦੇ ਲਈ ਸ਼ੁਭ ਕਾਮਨਾਵਾਂ। ਪੰਜਾਬੀ ਵਾਰਤਕ ਨੂੰ ਪੜ੍ਹੋ, ਤੁਹਾਨੂੰ ਆਪਣੇ ਅਮੀਰ ਵਿਰਸੇ ਨਾਲ ਤੁਸੀਂ ਜੁੜੋਗੇ, ਅਮੀਰ ਵਿਰਸੇ ਨੂੰ ਤੁਸੀਂ ਸਮਝੋਗੇ। ਸ਼ੁਕਰੀਆ, ਮਿਹਰਬਾਨੀ, ਧੰਨਵਾਦ।